एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। वाहिगुरू जी का खालसा वाहिगुरू जी की फतेह। सरदार कुलबीर सिंह जी कौड़ा जी की रचना ते सिख भी निकलिया गया। भाग 6वां। ਕਹਿੰਦੇ ਹਨ ਬਨਵਾਸ ਦੇ ਦਿਨਾਂ ਵਿੱਚ ਅਯੁੱਧਿਆ ਤੋਂ ਚੱਲ ਕੇ ਜਦੋਂ ਰਾਮਚੰਦਰ ਲਛਮਣ ਤੇ ਸੀਤਾ ਜੀ ਨਾਸਿਕ ਮਹਾਰਾਸ਼ਟਰ ਪਹੁੰਚੇ ਤਾਂ ਉਥੇ ਜ਼ਮੀਨ ਥੱਲੇ ਇੱਕ ਗੋਲ ਟੋਆ ਪੁੱਟ ਕੇ ਬਾਹਰੋਂ ਇੱਕ 1.25 ਫੁੱਟ ਦਾ ਵਿਆਸ ਦਾ 30 ਫੁੱਟ ਲੰਮਾ ਰਾਹ ਰੱਖਿਆ ਗਿਆ ਤਾਂ ਕਿ ਜੰਗਲੀ ਜਾਨਵਰ ਤੇ ਕਿਸੇ ਬੰਦੇ ਤੋਂ ਬਚਾਅ ਹੋ ਸਕੇ। ਇਹ ਜਗ੍ਹਾ ਮੈਂ ਆਪ ਵੇਖੀ ਹੈ। ਇੱਥੇ ਬਹੁਤ ਦੁਨੀਆ ਆਉਂਦੀ ਹੈ ਤੇ ਉਸੇ 1.25 ਫੁੱਟ ਮੂਹਰੇ ਥਾਣੀ ਅੰਦਰ ਜਾਂਦੇ ਹਨ। ਇੱਕ ਦੇ ਪੈਰ ਤੇ ਦੂਜੇ ਦਾ ਸਿਰ, ਫਿਰ ਉਸ ਦੇ ਪਿੱਛੇ ਇੱਕ ਹੋਰ ਬੰਦਾ, ਉਸ ਪਿੱਛੇ ਹੋਰ ਤੇ ਉਸ ਪਿੱਛੇ ਹੋਰ ਲੰਮਾ ਪੈ ਕੇ ਘਸੀਟ ਕੇ ਹੀ ਜਾਇਆ ਜਾ ਸਕਦਾ ਹੈ। ਜੇ ਕੋਈ ਸ਼ਰਧਾਲੂ ਅੱਗੇ ਜ਼ਿਆਦਾ ਚਿਰ ਲਾ ਦੇਵੇ ਤਾਂ ਉਹ ਜਾਂ ਉਸ ਲੰਮੀ ਜਿਹੀ ਮੋਰੀ ਵਿੱਚ ਲੰਮੇ ਪਏ ਬੰਦੇ ਦਾ ਦਮ ਘੁੱਟਣ ਲੱਗਦਾ ਹੈ। ਨਾ ਬੰਦਾ ਪਿੱਛੇ ਜਾ ਸਕਦਾ ਹੈ ਨਾ ਅੱਗੇ ਜਾ ਸਕਦਾ ਹੈ। ਕੋਈ ਮਾੜੇ ਦਿਲ ਵਾਲਾ ਤਾਂ ਚਲਾਣਾ ਵੀ ਕਰ ਸਕਦਾ ਹੈ। ਮੇਰੀ ਵਾਰੀ ਵੀ ਇਵੇਂ ਹੀ ਹੋਇਆ ਸੀ। ਮੇਰੇ ਅੱਗੇ ਵਾਲਾ ਬੰਦਾ ਪਿਛਾਂਹ ਨੂੰ ਨਿਕਲਣ ਲਈ ਜ਼ੋਰ ਲਾ ਰਿਹਾ ਸੀ। ਮੇਰੇ ਪਿੱਛੇ ਵੀ 2-3 ਬੰਦੇ ਸਨ। ਉਹ ਵਿਚਾਰਾ ਕਹਿ ਰਿਹਾ ਸੀ ਮੈਂ ਮਰਨ ਲੱਗਾ ਹਾਂ, ਪਰ ਉੱਥੇ ਬੈਠੇ ਪੁਜਾਰੀ ਬ੍ਰਾਹਮਣ ਸਗੋਂ ਜ਼ਿਆਦਾ ਚਿਰ ਲਵਾਉਂਦੇ ਹਨ ਤਾਂ ਕਿ ਜਗ੍ਹਾ ਦੀ ਉਤਸੁਕਤਾ ਬਣੀ ਰਹੇ। ਜਿੰਨਾ ਦਿੱਲੀ ਤੋਂ ਨਾਸਿਕ ਹੈ ਉਸ ਤੋਂ ਡਿਉੜੇ ਤੋਂ ਵੀ ਜ਼ਿਆਦਾ ਨਾਸਿਕ ਤੋਂ ਲੰਕਾ ਹੈ, ਜਿੱਥੋਂ ਦੀ ਸਰੂਪਨਖਾ ਰਹਿਣ ਵਾਲੀ ਸੀ। ਫਿਰ ਲੰਕਾ ਦੇ ਭਾਰਤ ਦੇ ਵਿਚਕਾਰ ਸਮੁੰਦਰ ਵੀ ਪੈਂਦਾ ਹੈ। ਮੋਟਰ ਬੋਟ ਜਾਂ ਸਫਾਰੀ 'ਤੇ ਜਾਈਏ ਤਾਂ ਸਮੁੰਦਰ ਵਿੱਚ ਹੀ 1.5 ਤੋਂ 2 ਘੰਟੇ ਲੱਗਦੇ ਹਨ। ਦਿੱਲੀ ਤੋਂ ਨਾਸਿਕ ਘੱਟ ਤੋਂ ਘੱਟ 1200-1300 ਮੀਲ ਹੈ। ਨਾਸਿਕ ਤੋਂ ਅੱਗੇ ਸਮੁੰਦਰ ਘੱਟ ਤੋਂ ਘੱਟ 2000 ਮੀਲ ਜ਼ਰੂਰ ਹੋਵੇਗਾ। ਫਿਰ ਅੱਗੇ ਸਮੁੰਦਰ ਦਾ ਵੀ ਸਫ਼ਰ। ਬੀਬੀ ਸਰੂਪਨਖਾ ਲੰਕਾ ਦੀ ਰਹਿਣ ਵਾਲੀ ਸੀ। ਸਮਝ ਨਹੀਂ ਆਉਂਦੀ ਉਹ 2000 ਮੀਲ ਦੀ ਦੂਰੀ ਤੇ ਘੋਰ ਜੰਗਲ ਵਿੱਚ ਕੀ ਕਰਦੀ ਫਿਰਦੀ ਸੀ। ਇਹ ਗੱਲ ਮੈਂ ਉੱਥੇ ਆਏ ਕਈ ਦਰਸ਼ਕਾਂ ਨੂੰ ਤੇ ਕਈ ਸ਼ਰਧਾਲੂਆਂ ਨੂੰ ਪੁੱਛੀ, ਪਰ ਕਿਸੇ ਨੇ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ। ਸੁਪਰਫਾਸਟ ਗੱਡੀ ਦਾ ਵੀ ਇਹ 20 ਘੰਟੇ ਤੋਂ ਸਫ਼ਰ ਹੋਵੇਗਾ ਜਾਂ 20 ਘੰਟੇ ਦਾ ਸਫ਼ਰ ਹੋਵੇਗਾ। ਸਰੂਪਨਖਾ ਕਾਹਦੇ ਤੇ ਚੜ ਕੇ ਆਈ ਹੋਵੇਗੀ ਐਸੇ ਭਿਆਨਕ ਜੰਗਲ ਵਿੱਚ, ਜਿੱਥੇ ਰਾਮ ਤੇ ਲਛਮਣ ਨੂੰ ਜਾਨਵਰਾਂ ਤੋਂ ਬਚਾ ਲਈ ਜ਼ਮੀਨ ਵਿੱਚ ਟੋਆ ਪੁੱਟ ਕੇ ਅੰਦਰ ਵੜਨ ਲਈ ਮੋਰੀ ਬਣਾਉਣੀ ਪਈ ਸੀ। ਉੱਥੇ ਇਕੱਲੀ ਕਾਰੀ ਜਨਾਨੀ ਦਾ ਕੀ ਕੰਮ? ਇੱਕ ਪੁਜਾਰੀ ਨੇ ਕਿਹਾ ਉਹ ਆਮ ਜਨਾਨੀ ਨਹੀਂ ਸੀ, ਰਾਖਸ਼ਣੀ ਸੀ ਤੇ ਚੁੜੇਲ ਵਾਂਗ ਹਵਾ ਵਿੱਚ ਵੀ ਉੱਡਦੀ ਜਾਂਦੀ ਸੀ। ਮੈਂ ਪੁੱਛਿਆ ਜੇ ਉਹ ਰਾਖਸ਼ਣੀ ਸੀ ਤਾਂ ਫਿਰ ਨੱਕ ਵੱਢਣ ਲੱਗੇ ਲਛਮਣ ਦੀਆਂ ਰਗਾਂ ਨੂੰ ਕਿਉਂ ਨਾ ਪਈ? ਉਹ ਕਹਿਣ ਲੱਗਾ ਉਹਦੇ ਪੈ ਗਈ ਸੀ। ਉਹਨੇ ਦੇ ਲਛਮਣ ਜੀ ਨੂੰ ਮੂੰਹ ਵਿੱਚ ਪਾ ਕੇ ਨਿਗਲ ਹੀ ਲਿਆ ਸੀ। ਉਹ ਤੇ ਉਹਨਾਂ ਦੇ ਲੱਕ ਨੂੰ ਤੜਾਗੀ ਬੱਧੀ ਹੋਣ ਕਰਕੇ ਬਚਾਅ ਹੋ ਗਿਆ। ਜੇ ਉਹ ਮੂੰਹ ਵੱਲੋਂ ਪਾਵੇ ਤਾਂ ਤੜਾਗੀ ਅੱਧ ਵਿੱਚ, ਜੇ ਪੈਰਾਂ ਵੱਲੋਂ ਪਾਵੇ ਤਾਂ ਵੀ ਤੜਾਗੀ ਅੱਧ ਵਿੱਚ ਆਉਂਦੀ ਸੀ। ਉਹ ਫਿਰ ਨਿਗਲ ਕਿਵੇਂ ਸਕਦੀ ਸੀ? ਉਸਨੇ ਮੇਰੇ ਗਿਆਨ ਵਿੱਚ ਵਾਧਾ ਕੀਤਾ ਤਾਂ ਹੀ ਤਾਂ ਬੱਚਿਆਂ ਨੂੰ ਤੜਾਗੀ ਪਾਈ ਜਾਂਦੀ ਹੈ। ਫਿਰ ਮੈਨੂੰ ਖਿਆਲ ਆਇਆ ਕਿ ਪੰਜਾਬ ਵਿੱਚ ਵੀ ਤੜਾਗੀ ਪਾਈ ਜਾਂਦੀ ਹੈ ਤੇ ਆਖਣ ਵੀ ਜਾਂ ਅਖਾਣ ਵੀ ਬਣਿਆ ਹੋਇਆ ਹੈ, ਮੁੰਡਾ ਮਰ ਜਾਊ ਪਰ ਤੜਾਗੀ ਨਾ ਟੁੱਟੂ। ਇੱਥੋਂ ਪਤਾ ਲੱਗਦਾ ਹੈ ਕਿ ਬ੍ਰਾਹਮਣ ਦੀ ਪਹੁੰਚ ਕਿੱਥੋਂ ਤੱਕ ਹੈ। ਇਸ ਤੋਂ ਬਾਅਦ ਮੈਂ ਲੰਕਾ ਗਿਆ ਤਾਂ ਉੱਥੇ ਬੜਿਆਂ ਨੂੰ ਪੁੱਛਿਆ ਰਾਵਣ ਦਾ ਸੋਨੇ ਦਾ ਮਹਿਲ ਕਿੱਥੇ ਹੈ। ਉਹਨਾਂ ਕਿਹਾ ਕਿਹੜਾ ਰਾਵਣ? ਮੈਂ ਕਿਹਾ ਜਿਹੜਾ ਸਾਡੀ ਸੀਤਾ ਜੀ ਨੂੰ ਚੁੱਕ ਲਿਆਇਆ ਸੀ। ਇਹ ਸਾਰੀ ਲੰਕਾ ਵੀ ਕਹਿੰਦੇ ਹਨ ਸੋਨੇ ਦੀ ਹੁੰਦੀ ਸੀ। ਮੇਰੇ ਸਵਾਲਾਂ ਤੇ ਉਹਨਾਂ ਨੂੰ ਬੜੀ ਹੈਰਾਨੀ ਹੁੰਦੀ। ਜਾਫਨਾ ਕਾਲਜ ਦੇ ਪ੍ਰਿੰਸੀਪਲ ਤੇ ਹੋਰ ਸਾਰੇ ਪ੍ਰੋਫੈਸਰਾਂ ਨੇ ਕਿਹਾ ਇੱਥੇ ਸ਼ੁਰੂ ਤੋਂ ਹੀ ਭੰਗ ਭੁੱਜਦੀ ਹੈ, ਗਰੀਬੀ ਅੱਤਦੀ ਹੈ। ਇੱਥੋਂ ਦੇ ਲੋਕ ਜਿਹੜੇ ਸਮੁੰਦਰ ਤੱਟ ਵਾਲੇ ਹਨ ਉਹ ਮੱਛੀ ਫੜ ਕੇ ਗੁਜ਼ਾਰਾ ਕਰਦੇ ਹਨ, ਦੂਜੇ ਖੇਤੀ ਕਰਕੇ ਪੇਟ ਪਾਲਦੇ ਹਨ।
ਜਦੋਂ ਦਾ ਅੰਗਰੇਜ਼ਾਂ ਨੇ ਆ ਕੇ ਇੱਥੋਂ ਤਜਾਰਤ ਵਾਸਤੇ ਕੁਝ ਚੀਜ਼ਾਂ ਜਿਵੇਂ ਦਾਲਚੀਨੀ ਜੋ ਇੱਕ ਦਰਖਤ ਦੀ ਛਿੱਲ ਹੁੰਦੀ ਹੈ ਤੇ ਹੋਰ ਗਰਮ ਮਸਾਲੇ ਤੇ ਚਾਹ ਪੱਤੀ ਵਗੈਰਾ ਦੂਜੇ ਦੇਸ਼ਾਂ ਨੂੰ ਭੇਜਣੀ ਸ਼ੁਰੂ ਕੀਤੀ ਤਾਂ ਇਹਨਾਂ ਲੋਕਾਂ ਕੋਲ ਜਾਂ ਲੋਕਾਂ ਨੂੰ ਥੋੜ੍ਹੀ ਜਿਹੀ ਆਰਥਿਕ ਪੱਖੋਂ ਹੋਸ਼ ਆਈ ਤੇ ਰਜਵੀ ਰੋਟੀ ਖਾਣ ਲੱਗੇ ਹਨ। ਤੁਸੀਂ ਪੂਰਾ ਸ਼ਹਿਰ ਸੋਨੇ ਦਾ ਕਹਿੰਦੇ ਹੋ, ਲੰਕਾ ਨਾਂ ਦਾ ਕੋਈ ਸ਼ਹਿਰ ਇੱਥੇ ਨਹੀਂ। ਜਾਫਨਾ, ਟ੍ਰਿੰਕੋ ਮਾਲੀ, ਕੈਂਡੀ ਵਗੈਰਾ ਸ਼ਹਿਰ ਹਨ, ਲੰਕਾ ਲੁੰਕਾ ਇੱਥੇ ਕੋਈ ਨਹੀਂ। ਉੱਥੇ ਮੈਨੂੰ ਕੁਝ ਸਿੱਖ ਵੀ ਮਿਲੇ। ਉਹਨਾਂ ਮੈਨੂੰ ਦੱਸਿਆ ਜਦੋਂ ਅਸੀਂ ਵੀ ਪਹਿਲਾਂ ਇੱਥੇ ਆਏ ਸੀ ਤਾਂ ਬਥੇਰੀਆਂ ਜਬਲੀਆਂ ਮਾਰਦੇ ਹੁੰਦੇ ਸਾਂ। ਐਸਾ ਇੱਥੇ ਕੁਝ ਵੀ ਨਹੀਂ। ਜੇ ਇਸ ਗੱਲ ਵਿੱਚ ਕੋਈ ਸੱਚਾਈ ਹੋਵੇ ਕਿ ਰਾਵਣ ਸੱਚਮੁੱਚ ਇੱਥੋਂ ਦਾ ਸੀ ਤੇ ਭਾਰਤ ਵਿੱਚ ਉਸ ਦੇ ਪੁਤਲੇ ਸਾੜਦੇ ਹਨ ਜਾਂ ਸੜਦੇ ਹਨ ਤਾਂ ਇਹ ਵੀ ਅਕਸਰ ਇੱਕ ਆਜ਼ਾਦ ਮੁਲਕ ਹੈ। ਇੱਥੇ ਨਾ ਰਾਮ ਤੇ ਲਛਮਣ ਦੇ ਪੁਤਲੇ ਸੜਦੇ। ਅਸ਼ੋਕ ਵਣ ਵਰਗੀ ਵੀ ਉੱਥੇ ਕੋਈ ਚੀਜ਼ ਮੈਨੂੰ ਨਹੀਂ ਦਿਸੀ, ਬਾਕੀ ਪ੍ਰਮਾਤਮਾ ਜਾਣੇ। ਕਛੱਤਰੀ ਤੇ ਬ੍ਰਾਹਮਣ ਦੇ ਇਸ ਟਕਰਾਅ ਨੇ ਵੀ ਇਹਨਾਂ ਦੋਵਾਂ ਵਿੱਚ ਕੋਈ ਕੁੜੱਤਣ ਨਹੀਂ ਲਿਆਂਦੀ। ਭਾਵੇਂ ਰਾਵਣ ਮਾਰਿਆ ਹੀ ਗਿਆ ਫਿਰ ਵੀ ਉਸ ਨੂੰ ਸਿੱਧਾ ਕਤਲ ਕਰਾਰ ਨਾ ਦੇ ਕੇ ਬ੍ਰਾਹਮਣ ਨੇ ਕਿਹਾ ਉਸ ਨੂੰ ਕੋਈ ਮਾਰ ਨਾ ਸਕਦਾ, ਉਸ ਨੂੰ ਕੋਈ ਮਾਰ ਨਾ ਸਕਦਾ ਜੇ ਉਸ ਦੇ ਘਰ ਵਿੱਚ ਫੁੱਟ ਨਾ ਹੁੰਦੀ। ਦੂਜਾ, ਜੇ ਉਹ ਕਿਸੇ ਪਰਾਈ ਇਸਤਰੀ ਵੱਲ ਮਾੜੀ ਅੱਖ ਨਾ ਕਰਦਾ। ਕਛੱਤਰੀ ਤੇ ਬ੍ਰਾਹਮਣ ਨੂੰ ਨੇੜੇ ਲਿਆਉਣ ਵਾਲੀ ਇੱਕ ਗੱਲ ਇਹ ਵੀ ਹੋਈ ਕਿ ਜਦੋਂ ਰਾਵਣ ਜ਼ਖਮੀ ਹੋ ਕੇ ਡਿੱਗ ਪਿਆ ਤੇ ਮਰਨ ਕਿਨਾਰੇ ਸੀ ਤਾਂ ਲਛਮਣ ਨੇ ਰਾਵਣ ਦੇ ਸਿਰ ਵੱਲ ਖਲੋ ਕੇ ਪੁੱਛਿਆ, ਹੇ ਬ੍ਰਾਹਮਣ ਦੇਵਤਾ, ਕੋਈ ਅਕਲ ਦੀ ਗੱਲ ਹੀ ਦੱਸ ਜਾਓ। ਤਾਂ ਝੱਟ ਰਾਮ ਜੀ ਨੇ ਉਸ ਨੂੰ ਟੋਕਿਆ ਤੇ ਕਿਹਾ, ਜੇ ਕੋਈ ਅਕਲ ਦੀ ਗੱਲ ਪੁੱਛਣੀ ਹੈ ਤਾਂ ਪੈਰਾਂ ਵੱਲ ਆ ਕੇ ਖਲੋ ਕੇ ਪੁੱਛ। ਲਛਮਣ ਨੇ ਇਸੇ ਤਰ੍ਹਾਂ ਹੀ ਕੀਤਾ। ਹੁਣ ਵੀ ਦੁਸ਼ਹਿਰੇ ਵਾਲੇ ਦਿਨ ਰਾਵਣ ਦੀ ਬਾਕਾਇਦਾ ਪੂਜਾ ਹੁੰਦੀ ਹੈ ਅਤੇ ਲੋਕ ਸੜੇ ਹੋਏ ਰਾਵਣ ਦੇ ਪੁਤਲੇ ਦੇ ਬਾਂਸ ਰਾਵਣ ਦੀਆਂ ਹੱਡੀਆਂ ਸਮਝ ਕੇ ਘਰ ਰੱਖਦੇ ਹਨ। ਅਖੇ ਚੋਰੀ ਨਹੀਂ ਹੁੰਦੀ, ਨਾਲੇ ਬੁਰੀ ਨਜ਼ਰ ਨਹੀਂ ਲੱਗਦੀ। ਬੁੱਧ ਧਰਮ ਤੇ ਬ੍ਰਾਹਮਣ ਦਾ ਵੀ ਬਹੁਤ ਨੇੜੇ ਦਾ ਸੰਬੰਧ ਬਣ ਗਿਆ। ਹਾਲਾਂਕਿ ਬੁੱਧ ਧਰਮ ਬ੍ਰਾਹਮਣ ਦੇ ਵਿਰੋਧ ਵਿੱਚੋਂ ਹੀ ਪੈਦਾ ਹੋਇਆ ਸੀ। ਹੋਇਆ ਇਸ ਤਰ੍ਹਾਂ ਕਿ ਬਿਹਾਰ ਵਿੱਚ ਗਿਆ ਲਾਗੇ ਸਾਕਿਆ ਮੁਨੀ ਨਾਂ ਦਾ ਰਾਜਾ ਰਾਜ ਕਰਦਾ ਸੀ। ਇੱਕ ਦਿਨ ਉਹ ਜੰਗ ਦੇ ਮੈਦਾਨ ਵਿੱਚੋਂ ਬ੍ਰਾਹਮਣ ਦਾ ਆਸ਼ੀਰਵਾਦ ਲੈਣ ਆਪਣੇ ਮਹਿਲਾਂ ਵਿੱਚ ਆਇਆ ਤਾਂ ਕੀ ਵੇਖਿਆ ਕਿ ਬ੍ਰਾਹਮਣ ਨਗਨ ਅਵਸਥਾ ਵਿੱਚ ਨਿਸ਼ਚਿੰਤ ਹੋ ਕੇ ਰਾਣੀਆਂ ਨਾਲ ਰੰਗ ਰਾਲੀਆਂ ਮਨਾ ਰਿਹਾ ਸੀ। ਸਾਕਿਆ ਮੁਨੀ ਨੂੰ ਅੱਗ ਲੱਗ ਗਈ। ਉਸ ਦਾ ਹੱਥ ਕਿਰਪਾਨ ਦੀ ਮੁੱਠੀ ਤੇ ਗਿਆ, ਅੱਖਾਂ ਵਿੱਚ ਖੂਨ ਉਤਰ ਆਇਆ। ਉਸਨੇ ਤਲਵਾਰ ਮਿਆਨ ਵਿੱਚੋਂ ਬਾਹਰ ਤਾਂ ਕੱਢ ਲਈ ਪਰ ਬ੍ਰਾਹਮਣ ਤੇ ਉੱਠ ਨਾ ਸਕੀ। ਉਸ ਨੂੰ ਪਤਾ ਸੀ ਕਿ ਬ੍ਰਾਹਮਣ ਦੇ ਕਤਲ ਤੋਂ ਬਾਅਦ ਰਾਜ ਵਿੱਚ ਬਗਾਵਤ ਹੋ ਜਾਏਗੀ। ਸਾਕਿਆ ਮੁਨੀ ਨੂੰ ਪਤਾ ਸੀ ਕਿ ਬ੍ਰਾਹਮਣ ਇੰਨਾ ਸ਼ਕਤੀਸ਼ਾਲੀ ਹੈ ਕਿ ਮੇਰੇ ਰਾਜ ਦੀ ਇੱਟ ਨਾਲ ਇੱਟ ਵੱਜ ਜਾਵੇਗੀ ਤੇ ਸਭ ਕੁਝ ਤਹਿਸ ਨਹਿਸ ਹੋ ਜਾਵੇਗਾ। ਉਸਨੇ ਆਪਣੇ ਮਨ ਅੰਦਰ ਬ੍ਰਾਹਮਣ ਦਾ ਖੁਰਾ ਖੋਜ ਮਿਟਾਉਣ ਦੀ ਕਸਮ ਖਾ ਲਈ। ਮਹਾਤਮਾ ਬੁੱਧ, ਜਿਸ ਦਾ ਨਾਂ ਸਿਧਾਰਥ ਸੀ, ਉਸੇ ਸਾਕਿਆ ਮੁਨੀ ਦਾ ਪੋਤਰਾ ਸੀ। ਸਾਕਿਆ ਮੁਨੀ ਨੇ ਉਸ ਦੀ ਵਿਸ਼ੇਸ਼ ਪਰਵਰਿਸ਼ ਦਾ ਪ੍ਰਬੰਧ ਕੀਤਾ। ਬ੍ਰਾਹਮਣ ਦੀ ਤਬਾਹੀ ਦਾ ਹਰ ਨੁਕਤਾ ਉਸ ਨੂੰ ਸਮਝਾਇਆ। ਉਸ ਨੂੰ ਨਿੱਕੇ ਹੁੰਦੇ ਤੋਂ ਹੀ ਬ੍ਰਾਹਮਣ ਦੀ ਮੱਕਾਰੀ ਤੇ ਉਸ ਦੁਆਰਾ ਫੈਲਾਏ ਜਾਂਦੇ ਅੰਧ ਵਿਸ਼ਵਾਸਾਂ ਬਾਰੇ ਪੂਰੀ ਜਾਣਕਾਰੀ ਦਿੱਤੀ। ਸਾਕਿਆ ਮੁਨੀ ਨੇ ਬ੍ਰਾਹਮਣ ਦੇ ਖਿਲਾਫ ਸਮਝੋ ਸਿਧਾਰਥ ਨੂੰ ਐਟਮ ਬੰਬ ਬਣਾ ਦਿੱਤਾ। ਇਹ ਵੱਖਰੀ ਗੱਲ ਹੈ ਕਿ ਮਹਾਤਮਾ ਬੁੱਧ ਦੇ ਮਰਨ ਤੋਂ ਬਾਅਦ ਐਸੀਆਂ ਕਹਾਣੀਆਂ ਪ੍ਰਚਲਿਤ ਹੋ ਗਈਆਂ ਕਿ ਉਸਨੇ ਇੱਕ ਬੁੱਢਾ ਵੇਖ ਲਿਆ ਸੀ ਜਿਸ ਤੋਂ ਦੁਖੀ ਹੋ ਕੇ ਤੇ ਸੱਚਾਈ ਦਾ ਪਤਾ ਲਾਉਣ ਲਈ ਉਹ ਸੱਚ ਦੀ ਖੋਜ ਵਾਸਤੇ ਆਪਣੀ ਪਤਨੀ ਯਸ਼ੋਧਰਾ ਦੇ ਪੁੱਤਰ ਰਾਹੁਲ ਨੂੰ ਛੱਡ ਕੇ ਰਾਤ ਨੂੰ ਚੁੱਪਚਾਪ ਜੰਗਲਾਂ ਵਿੱਚ ਚਲਾ ਗਿਆ। ਸਿਧਾਰਥ ਨੂੰ ਮਹਿਲਾਂ ਤੋਂ ਬਾਹਰ ਭੇਜਣਾ ਵੀ ਸਾਕਿਆ ਮੁਨੀ ਦੀ ਯੋਜਨਾ ਦਾ ਹੀ ਇੱਕ ਹਿੱਸਾ ਸੀ, ਕਿਉਂਕਿ ਜੇ ਸਿਧਾਰਥ ਜੰਗਲਾਂ ਵਿੱਚ ਜਾ ਕੇ ਤਪ ਨਾ ਕਰਦਾ ਤਾਂ ਮਹਾਤਮਾ ਬੁੱਧ ਕਿਵੇਂ ਬਣਦਾ। ਬੁੱਧ ਬਣ ਕੇ ਹੀ ਤਾਂ ਉਸਨੇ ਬ੍ਰਾਹਮਣ ਦੀਆਂ ਜੜ੍ਹਾਂ ਪੁੱਟੀਆਂ। ਇਹ ਗੱਲ ਵੱਖਰੀ ਹੈ ਕਿ ਬਰੂ ਦੀ ਜੜ ਵਾਂਗ ਉਹ ਜੜ੍ਹਾਂ ਫੇਰ ਹਰੀਆਂ ਹੋ ਗਈਆਂ, ਪਰ ਇੱਕ ਵਾਰ ਤਾਂ ਬੁੱਧ ਨੇ ਬ੍ਰਾਹਮਣ ਨੂੰ ਹਿਲਾ ਕੇ ਰੱਖ ਦਿੱਤਾ ਸੀ।
ਬੁੱਧ ਨੇ ਛਾਤੀ ਠੋਕ ਕੇ ਕਿਹਾ ਕਿ ਵੇਦਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਦਾ ਪੁਲੰਦਾ ਹੈ। ਕੋਈ ਪਾਪ ਪੁੰਨ ਨਹੀਂ, ਨਾ ਹੀ ਕੋਈ ਨਰਕ ਸਵਰਗ ਹੈ, ਨਾ ਆਤਮਾ ਹੈ ਤੇ ਨਾ ਪ੍ਰਮਾਤਮਾ। ਆਵਾਗਮਨ, ਕਰਾਮਾਤਾਂ, ਵਹਿਮ ਭਰਮ, ਦੇਵੀ ਦੇਵਤੇ ਕੁਝ ਵੀ ਨਹੀਂ। ਸਭ ਤੋਂ ਵੱਡੀ ਗੱਲ ਬੁੱਧ ਨੇ ਇਹ ਕੀਤੀ ਕਿ ਆਪਣਾ ਸਾਰਾ ਪ੍ਰਚਾਰ ਪਾਲੀ ਬੋਲੀ ਵਿੱਚ ਕੀਤਾ, ਜਿਹੜੀ ਉਸ ਵੇਲੇ ਲੋਕ ਬੋਲੀ ਸੀ। ਬੁੱਧ ਦਾ ਪ੍ਰਚਾਰ ਝੱਟ ਲੋਕਾਂ ਦੀ ਸਮਝ ਵਿੱਚ ਆ ਗਿਆ, ਕਿਉਂਕਿ ਬ੍ਰਾਹਮਣ ਦੀ ਬੋਲੀ ਸੰਸਕ੍ਰਿਤ ਸੀ। ਉਹ ਆਪਣੇ ਵੇਦਾਂ ਦਾ ਸਾਰਾ ਉਚਾਰਨ ਸੰਸਕ੍ਰਿਤ ਵਿੱਚ ਕਰਦਾ ਸੀ, ਜਿਹੜੀ ਕਿ ਲੋਕਾਂ ਦੀ ਸਮਝ ਤੋਂ ਬਾਹਰ ਸੀ। ਬ੍ਰਾਹਮਣ ਵੱਲੋਂ ਸਤਾਏ ਹੋਏ ਲੋਕ ਝੱਟ ਬੁੱਧ ਮਗਰ ਲੱਗ ਗਏ। ਗੌਤਮੀ ਨਾਂ ਦੀ ਬੁੱਧ ਦੀ ਚਾਚੀ ਨੇ ਬੁੱਧ ਨੂੰ ਪਾਲਿਆ ਸੀ, ਇਸੇ ਕਰਕੇ ਹੀ ਬੁੱਧ ਦਾ ਨਾਂ ਗੌਤਮ ਬੁੱਧ ਕਿਹਾ ਜਾਣ ਲੱਗਾ। ਬੁੱਧ ਦੇ ਪ੍ਰਚਾਰ ਦਾ ਅਸਰ ਅਮੀਰਾਂ ਤੇ ਗਰੀਬਾਂ ਦੋਵਾਂ ਦੇ ਪਿਆ, ਪਰ ਗਰੀਬਾਂ ਤੇ ਤਾਂ ਇੰਨਾ ਪਿਆ ਕਿ ਉਹਨਾਂ ਕੋਲ ਕੁਝ ਵੀ ਨਾ ਹੁੰਦਿਆਂ ਉਹਨਾਂ ਸਭ ਕੁਝ ਬੁੱਧ ਤੇ ਨਿਸ਼ਾਵਰ ਕਰਨ ਦਾ ਮਨ ਬਣਾ ਲਿਆ। ਇਸ ਤਰ੍ਹਾਂ ਦੀਆਂ ਬੜੀਆਂ ਕਹਾਣੀਆਂ ਪ੍ਰਚਲਿਤ ਹਨ। ਕਹਿੰਦੇ ਹਨ ਬੁੱਧ ਨੇ ਇੱਕ ਵਾਰ ਕਿਸੇ ਸ਼ਹਿਰ ਪ੍ਰਵਚਨ ਕਰਨ ਜਾਣਾ ਸੀ। ਉਸ ਸ਼ਹਿਰ ਵਿੱਚ ਇੱਕ ਸੁਦਾਸ ਨਾਂ ਦਾ ਚਮਾਰ ਰਹਿੰਦਾ ਸੀ। ਉਸ ਦੀ ਝੌਂਪੜੀ ਦੇ ਲਾਗੇ ਹੀ ਇੱਕ ਛੱਪੜ ਸੀ, ਜਿਸ ਦੇ ਚਿੱਕੜ ਭਰੇ ਪਾਣੀ ਵਿੱਚ ਇੱਕ ਕਮਲ ਦਾ ਫੁੱਲ ਉੱਗ ਆਇਆ ਸੀ। ਸੁਦਾਸ ਉਹ ਫੁੱਲ ਤੋੜ ਕੇ ਵੇਚਣ ਤੁਰ ਪਿਆ। ਰਾਹ ਵਿੱਚ ਉਸ ਨੂੰ ਇੱਕ ਸ਼ਾਹੂਕਾਰ ਮਿਲਿਆ। ਉਸਨੇ ਕਿਹਾ, ਮੈਂ ਬੁੱਧ ਦੇ ਦਰਸ਼ਨਾਂ ਨੂੰ ਚੱਲਿਆ ਹਾਂ, ਮੇਰੇ ਕੋਲੋਂ 5 ਰੁਪਏ ਲੈ ਲਾ ਤੇ ਫੁੱਲ ਮੈਨੂੰ ਦੇ ਦੇ, ਮੈਂ ਬੁੱਧ ਅੱਗੇ ਚੜਾਉਣਾ ਹੈ। ਸੁਦਾਸ ਅਜੇ ਸੋਚ ਹੀ ਰਿਹਾ ਸੀ ਕਿ ਵਜ਼ੀਰ ਆ ਗਿਆ। ਉਸਨੇ ਕਿਹਾ, ਮੇਰੇ ਕੋਲੋਂ ਵੱਧ ਪੈਸੇ ਲੈ ਕੇ ਫੁੱਲ ਮੈਨੂੰ ਦੇ ਦੇ, ਮੈਂ ਬੁੱਧ ਨੂੰ ਚੜਾਵਾਂਗਾ। ਸੁਦਾਸ ਅਜੇ ਕੋਈ ਫੈਸਲਾ ਨਹੀਂ ਕਰ ਸਕਿਆ ਸੀ ਕਿ ਰਾਜੇ ਨੇ ਕਿਹਾ, ਮੂੰਹੋਂ ਬੋਲ, ਕਿੰਨੇ ਪੈਸੇ ਲੈਣੇ? ਮੈਂ ਬੋਰੀਆਂ ਨੋਟਾਂ ਦੀਆਂ ਤੈਨੂੰ ਇਸ ਫੁੱਲ ਬਦਲੇ ਦੇ ਸਕਦਾ ਹਾਂ। ਮੇਰੀ ਬੜੀ ਇੱਛਾ ਹੈ ਕਿ ਇਹ ਸੁੰਦਰ ਫੁੱਲ ਮੈਂ ਬੁੱਧ ਅੱਗੇ ਚੜਾਵਾਂ। ਪਰ ਸੁਦਾਸ ਨੇ ਫੈਸਲਾ ਕਰ ਲਿਆ। ਉਸਨੇ ਕਿਹਾ, ਜੇ ਤੁਸੀਂ ਇਸ ਫੁੱਲ ਦੇ ਪੈਸੇ ਦੇ ਕੇ ਬੁੱਧ ਅੱਗੇ ਚੜਾਉਣ ਲਈ ਇੰਨੇ ਲਲਾਇਤ ਹੋ ਤੇ ਫਿਰ ਮੈਂ ਹੀ ਕਿਉਂ ਨਾ ਇਸ ਫੁੱਲ ਨੂੰ ਬੁੱਧ ਨੂੰ ਭੇਟ ਕਰਾਂ, ਜਿਹਨੇ ਕੋਈ ਪੈਸਾ ਵੀ ਨਹੀਂ ਖਰਚਿਆ। ਉਸ ਗਰੀਬ ਚਮਾਰ ਨੇ ਲੱਖਾਂ ਰੁਪਇਆਂ ਨੂੰ ਲੱਤ ਮਾਰ ਦਿੱਤੀ ਤੇ ਬੁੱਧ ਅੱਗੇ ਫੁੱਲ ਸਮੇਤ ਜਾ ਪੇਸ਼ ਹੋਇਆ। ਇਸ ਕਹਾਣੀ ਤੋਂ ਬੁੱਧ ਦੀ ਆਮ ਲੋਕਾਂ ਵਿੱਚ ਪ੍ਰਸਿੱਧੀ ਦਾ ਪਤਾ ਲੱਗਦਾ ਹੈ। ਸੁਦਾਸ ਦੇ ਚੜਾਏ ਹੋਏ ਕਮਲ ਦੇ ਫੁੱਲ ਦੀ ਪਰੰਪਰਾ ਥਾਈਲੈਂਡ ਵਰਗੇ ਬੋਧੀ ਦੇਸ਼ਾਂ ਵਿੱਚ ਤਾਂ ਅਜੇ ਵੀ ਹੈ, ਪਰ ਭਾਰਤ ਵਿਚਲੇ ਬੋਧੀ ਮੰਦਰਾਂ ਵਿੱਚ ਭੁੱਲ ਭੁਲਾ ਗਈ ਹੈ। ਜਦੋਂ ਮੈਂ ਥਾਈਲੈਂਡ ਦੇ ਉਸ ਬੁੱਧ ਮੰਦਰ ਵਿੱਚ ਗਿਆ, ਜਿੱਥੇ 5.5 ਟਨ ਦੀ ਸੋਨੇ ਦੀ ਬੁੱਧ ਦੀ ਮੂਰਤੀ ਪਈ ਹੈ, ਤਾਂ ਮੈਂ ਦੇਖਿਆ ਕਿ ਉਸ ਮੰਦਰ ਵਿੱਚ 3 ਚੀਜ਼ਾਂ ਦੇ ਚੜਾਵੇ ਚੜ੍ਹਦੇ ਹਨ: ਕਮਲ ਦੇ ਫੁੱਲ, ਸੰਦਲ ਦੀ ਅਗਰਬੱਤੀ ਅਤੇ ਮੋਮਬੱਤੀ। ਮੋਮਬੱਤੀ ਦਾ ਸਾਈਜ਼ 5 ਫੁੱਟ ਉੱਚਾ ਤੇ 1 ਫੁੱਟ ਗੋਲਾਈ ਤੱਕ ਦਾ ਵੀ ਹੁੰਦਾ ਹੈ। ਪਰ ਹਿੰਦੂ ਮੰਦਰਾਂ ਵਾਂਗ ਉਸ ਮੰਦਰ ਵਿੱਚ ਬਣੀਆਂ 1-2 ਠੇਕੇਦਾਰਾਂ ਦੀਆਂ ਦੁਕਾਨਾਂ ਤੇ ਉਹ ਹੀ ਚੜਾਵੇ ਵਾਲਾ ਸਮਾਨ ਫਿਰ ਵਾਪਸ ਆ ਜਾਂਦਾ ਹੈ ਤੇ ਦੁਬਾਰਾ ਫਿਰ ਵੇਚ ਦਿੱਤਾ ਜਾਂਦਾ ਹੈ। ਬੁੱਧ ਦਾ ਇੱਕ ਹੋਰ ਮੰਦਰ ਹੈ ਜੋ 22 ਏਕੜਾਂ ਵਿੱਚ ਸੰਘਣਾ ਬਣਿਆ ਹੋਇਆ ਹੈ। ਜੇ ਸਾਰਾ ਮੰਦਰ ਵੇਖਣਾ ਹੋਵੇ ਤਾਂ 2 ਦਿਨ ਲੱਗਦੇ ਹਨ। ਉਸ ਦੇ ਲਾਗੇ ਹੀ ਰਾਜੇ ਦਾ ਮਹਿਲ ਹੈ। ਥਾਈਲੈਂਡ ਦੀ 90% ਦੀ ਆਬਾਦੀ ਹਿੰਦੂ ਹੈ ਅਤੇ ਲਗਭਗ ਸਾਰੀ ਹੀ ਬੋਧੀ ਹੈ। ਬੁੱਧ ਧਰਮ ਥਾਈਲੈਂਡ ਦਾ ਰਾਜਸੀ ਧਰਮ ਹੈ। ਇਸ ਮੰਦਰ ਵਿੱਚ ਬੁੱਧ ਦੀ 46 ਮੀਟਰ ਲੰਮੀ ਤੇ 15 ਮੀਟਰ ਉੱਚੀ ਮੂਰਤੀ ਪਈ ਹੈ। ਇਸ ਵਿੱਚ ਇੱਕ ਹੋਰ ਟਸਣ ਵੀ ਕੀਤਾ ਹੋਇਆ ਹੈ। 20 ਬਾੜ ਦੇ ਸਿੱਕੇ ਭਾਰਤੀ 20 ਰੁਪਏ ਦੇ ਬਰਾਬਰ ਮੰਦਰ ਵਿੱਚੋਂ ਹੀ ਮਿਲ ਜਾਂਦੇ ਹਨ ਤੇ 46 ਮੀਟਰ ਲੰਮੇ ਕਾਲੇ ਰੰਗ ਦੇ ਮਿੱਟੀ ਦੇ ਕੁੱਜੇ ਕਤਾਰ ਵਿੱਚ ਪਏ ਹਨ। ਦਰਸ਼ਨ ਕਰਨ ਵਾਲੇ ਇੱਕ ਸਿੱਕਾ ਇੱਕ ਕੁੱਜੇ ਵਿੱਚ ਸੁੱਟੀ ਜਾਂਦੇ ਹਨ। ਸ਼ਰਧਾਲੂਆਂ ਲਈ ਉਹ ਪੈਕਟ ਪੂਰਾ ਸਿੱਕਿਆਂ ਦਾ ਬਣਾਇਆ ਮਿਲਦਾ ਹੈ। ਪਰ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸੇ ਹੀ ਮੰਦਰ ਦੇ ਦੂਸਰੇ ਅਹਾਤੇ ਵਿੱਚ
ਜਿਹੜਾ ਕਿ ਮਸਾਂ ਹੀ 20 ਮੀਟਰ ਦੂਰ ਹੋਵੇਗਾ, ਸ਼ਿਵਲਿੰਗ ਸਥਾਪਿਤ ਕੀਤਾ ਹੋਇਆ ਹੈ। ਕੋਈ ਆਪੇ ਹੀ ਸੋਚ ਸਕਦਾ ਹੈ ਕਿ ਹਿੰਦੂ ਧਰਮ ਨੇ ਕਿੱਥੇ ਤੱਕ ਜਾ ਕੇ ਮਾਰ ਕੀਤੀ ਹੈ। ਬੁੱਧ ਦੇ ਮੰਦਿਰ ਵਿੱਚ ਸ਼ਿਵਲਿੰਗ ਨੂੰ ਵੇਖ ਕੇ ਅੱਜ ਮਹਾਤਮਾ ਬੁੱਧ ਦੀ ਰੂਹ ਕੁਰਲਾ ਰਹੀ ਹੋਵੇਗੀ, ਪਰ ਕਿਉਂਕਿ ਬ੍ਰਾਹਮਣ ਦੀਆਂ ਜੜ੍ਹਾਂ ਬਰੂ ਦੀਆਂ ਜੜ੍ਹਾਂ ਵਾਂਗ ਬਹੁਤ ਦੂਰ ਦੂਰ ਤੱਕ ਫੈਲੀਆਂ ਹੋਈਆਂ ਹਨ, ਇਸ ਲਈ ਇਸ ਤਰ੍ਹਾਂ ਤਾਂ ਹੋਣਾ ਹੀ ਸੀ। ਬੁੱਧ ਧਰਮ ਇੱਕ ਤਰ੍ਹਾਂ ਦਾ ਨਾਸਤਿਕ ਜਿਹਾ ਧਰਮ ਹੈ। ਇਸ ਵਿੱਚ ਆਤਮਾ ਅਤੇ ਪਰਮਾਤਮਾ ਦੋਵਾਂ ਦਾ ਹੀ ਕੋਈ ਸਥਾਨ ਨਹੀਂ। ਪਰ ਕੰਬੋਡੀਆ, ਜਿੱਥੇ ਬੁੱਧ ਧਰਮ ਅੱਜ ਵੀ ਰਾਜਸੀ ਧਰਮ ਹੈ, ਉੱਥੇ ਬੁੱਧ ਦਿਨ ਮਨਾਇਆ ਜਾਂਦਾ ਹੈ। ਲੋਕ ਭਿਕਸ਼ੂਆਂ ਨੂੰ ਖਾਣਾ ਇਸ ਕਰਕੇ ਖਵਾਉਂਦੇ ਹਨ ਤਾਂ ਕਿ ਉਹ ਖਾਣਾ ਉਹਨਾਂ ਦੇ ਪਿੱਤਰਾਂ ਤੱਕ ਪਹੁੰਚ ਜਾਵੇ। ਇਹ ਸਾਰਾ ਸਿਸਟਮ ਬ੍ਰਾਹਮਣ ਦੇ ਸ਼ਰਾਧਾਂ ਵਰਗਾ ਬਣ ਚੁੱਕਾ ਹੈ ਤੇ ਬ੍ਰਾਹਮਣਾਂ ਦੇ ਬੁੱਧ ਧਰਮ ਵਿੱਚ ਘੁਸਪੈਠ ਕਰ ਜਾਣ ਦਾ ਨਤੀਜਾ ਹੈ। ਸਿੱਖ ਧਰਮ ਵਿੱਚ ਵੀ ਸ਼ਰਾਧਾਂ ਦਾ ਕੋਈ ਮਤਲਬ ਨਹੀਂ, ਪਰ ਫਿਰ ਵੀ ਸਿੱਖ 5 ਸਿੰਘਾਂ ਨੂੰ ਖਾਣਾ ਖਵਾਉਣ ਲੱਗ ਪਏ ਹਨ, ਤੇ ਉਹ ਵੀ ਅੱਗੋਂ ਪਿੱਛੋਂ ਨਹੀਂ, ਸ਼ਰਾਧਾਂ ਦੇ ਦਿਨਾਂ ਵਿੱਚ। ਇਸ ਤਰ੍ਹਾਂ ਬ੍ਰਾਹਮਣ ਦੀ ਹੋਂਦ ਇਹਨਾਂ ਦੋਹਾਂ ਧਰਮਾਂ ਵਿੱਚ ਸਪਸ਼ਟ ਦਿਖਦੀ ਹੈ। ਬੁੱਧ ਧਰਮ ਵਿੱਚ ਤਾਂ ਬ੍ਰਾਹਮਣ ਬਹੁਤ ਅੱਗੇ ਤੱਕ ਚਲਾ ਗਿਆ ਹੈ। ਕੰਬੋਡੀਆ ਦੇ ਲੋਕ ਵਿਆਹ ਪੂਰਾ ਹੋਣ ਤੋਂ ਪਹਿਲਾਂ ਕੁਝ ਪੜ੍ਹ ਕੇ ਤੇ ਗਾ ਕੇ ਆਤਮਾਵਾਂ ਨੂੰ ਬੁਲਾਉਂਦੇ ਹਨ, ਜਦਕਿ ਇਸ ਧਰਮ ਵਿੱਚ ਉਹ ਹੁੰਦੀਆਂ ਹੀ ਨਹੀਂ। ਥਾਈਲੈਂਡ ਦੇ ਕਈ ਸ਼ਹਿਰਾਂ ਦੇ ਨਾਮ ਹੀ ਹਿੰਦੂ ਸ਼ਹਿਰਾਂ ਦੇ ਨਾਵਾਂ ਵਰਗੇ ਹਨ। ਥੋੜਾ ਜਿਹਾ ਉਚਾਰਨ ਦਾ ਹੀ ਫਰਕ ਹੈ। ਥਾਈਲੈਂਡ ਵਿੱਚ ਵੀ ਇੱਕ ਸ਼ਹਿਰ ਦਾ ਨਾਮ ਅਯੁੱਧਿਆ ਹੈ, ਪਰ ਥਾਈਲੈਂਡ ਦੇ ਲੋਕ ਇਸ ਨੂੰ ਅਯੁੱਥਿਆ ਕਹਿ ਦਿੰਦੇ ਹਨ, ਜੋ ਕਿ ਉਹਨਾਂ ਦੀ ਬੋਲੀ ਦੇ ਉਚਾਰਨ ਕਾਰਨ ਹੈ। ਰਾਜੇ ਦਾ ਨਾਂ ਰਾਮਾ ਹੈ। ਬਹੁਤ ਐਸੇ ਨਾਂ ਹਨ ਜਿਨ੍ਹਾਂ ਦਾ ਭੁਲੇਖਾ ਪੈ ਜਾਂਦਾ ਹੈ। ਪਹਿਲਾਂ ਥਾਈਲੈਂਡ ਵਿੱਚ ਬਹੁਤ ਹੀ ਬੋਧੀ ਭਿਕਸ਼ੂ ਸਨ। ਵਿਚਾਰੇ ਗ੍ਰਸਤੀ ਲੋਕਾਂ ਦਾ ਜਿਉਣਾ ਹਰਾਮ ਹੋਇਆ ਪਿਆ ਸੀ। ਹੇੜਾਂ ਦੀਆਂ ਹੇੜਾਂ ਬੋਧੀ ਭਿਕਸ਼ੂ ਗਲੀਆਂ ਬਾਜ਼ਾਰਾਂ ਵਿੱਚ ਪਏ ਫਿਰਦੇ ਸਨ। ਇੱਥੋਂ ਤੱਕ ਕਿ ਨਿੱਕੇ ਨਿੱਕੇ 4-4, 5-5 ਸਾਲ ਦੇ ਭਿਕਸ਼ੂ ਵੀ ਰੋਡੇ ਸਿਰ ਕਰਕੇ ਗੇਰੂਆ ਕੱਪੜੇ ਪਾ ਕੇ ਮੰਗਦੇ ਫਿਰਦੇ ਸਨ। ਪਰ ਥਾਈਲੈਂਡ ਦੀ ਸਰਕਾਰ ਨੇ ਕਾਨੂੰਨ ਬਣਾਇਆ ਕਿ ਅੱਗੋਂ ਤੋਂ ਕੋਈ ਵੀ ਬੋਧੀ ਭਿਕਸ਼ੂ ਨਹੀਂ ਬਣ ਸਕੇਗਾ। ਥਾਈਲੈਂਡ ਵਿੱਚ ਬੋਧੀ ਮੰਦਿਰ ਵੀ ਬਹੁਤ ਹੀ ਹਨ ਤੇ ਇਹਨਾਂ ਮੰਦਿਰਾਂ ਨੂੰ ਬਣਾਉਣ ਤੇ ਵੀ ਬਹੁਤ ਪੈਸਾ ਖਰਚ ਕੀਤਾ ਜਾਂਦਾ ਹੈ। ਪੂਰੇ ਥਾਈਲੈਂਡ ਵਿੱਚ ਬੋਧੀ ਮੰਦਿਰਾਂ ਦਾ ਜਾਲ ਉਸੇ ਤਰ੍ਹਾਂ ਹੀ ਹੈ ਜਿਵੇਂ ਪੰਜਾਬ ਵਿੱਚ ਸਿੱਖਾਂ ਨੇ ਗੁਰਦੁਆਰੇ ਤਾਮੀਰ ਕਰ ਲਏ ਹਨ। ਜਿਸ ਤਰ੍ਹਾਂ ਸਿੱਖ ਧਾਰਮਿਕ ਹੋਣ ਦਾ ਵਿਖਾਵਾ ਕਰਦੇ ਹਨ, ਪਰ ਉੱਥੇ ਨਹੀਂ ਨਾ ਜਿਸ ਤਰ੍ਹਾਂ ਸਿੱਖ ਧਾਰਮਿਕ ਹੋਣ ਦਾ ਵਿਖਾਵਾ ਕਰਦੇ ਹਨ ਪਰ ਹੁੰਦੇ ਨਹੀਂ, ਇਸੇ ਤਰ੍ਹਾਂ ਹੀ ਥਾਈਲੈਂਡ ਵਾਸੀ ਹਨ। ਸਰਕਾਰ ਨੇ 80,000 ਬੋਧੀ ਭਿਕਸ਼ੂਆਂ ਦੀ ਨਿਸ਼ਾਨਦੇਹੀ ਕਰਵਾ ਕੇ ਇੱਕ ਮੰਦਿਰ ਵਿੱਚ ਸਿਰਫ 2 ਬੋਧੀ ਭਿਕਸ਼ੂ ਛੱਡ ਕੇ ਬਾਕੀਆਂ ਨੂੰ ਗ੍ਰਸਤੀ ਬਣਨ ਲਈ ਮਜਬੂਰ ਕਰ ਦਿੱਤਾ। ਹੁਣ ਹਾਲਤ ਇਹ ਹੈ ਕਿ ਮੇਰੇ ਕਈ ਦਿਨ ਥਾਈਲੈਂਡ ਵਿੱਚ ਰਹਿਣ ਦੇ ਬਾਵਜੂਦ ਸੜਕਾਂ ਦੇ ਵੱਖ-ਵੱਖ ਵੇਲੇ ਸਿਰਫ 4 ਬੋਧੀ ਭਿਕਸ਼ੂ ਹੀ ਨਜ਼ਰ ਆਏ। ਉਹ ਵੀ ਕਿਤੇ ਆਪਣੇ ਕੰਮ ਜਾ ਰਹੇ ਸਨ ਤੇ ਉਹਨਾਂ ਕੋਲ ਮੰਗਣ ਨੂੰ ਕਾਲਾ ਜਿਹਾ ਕਾਸਾ ਵੀ ਨਹੀਂ ਸੀ। ਥਾਈਲੈਂਡ ਵਿੱਚ ਵੀ ਬ੍ਰਾਹਮਣਵਾਦ ਨੇ ਉੱਥੋਂ ਦੇ ਲੋਕਾਂ ਦੇ ਜੀਵਨ ਤੇ ਬਹੁਤ ਹਿੰਦੂ ਪ੍ਰਭਾਵ ਪਾਇਆ ਹੈ। ਇਹ ਲੋਕ ਵੀ ਬਹੁਤ ਵਹਿਮੀ ਭਰਮੀ ਹੋ ਗਏ ਹਨ। ਜਿਵੇਂ ਕਿਸੇ ਦੇ ਸਿਰ ਨੂੰ ਹੱਥ ਲਾਉਣ ਨੂੰ ਬਹੁਤ ਬੁਰਾ ਸਮਝਿਆ ਜਾਂਦਾ ਹੈ। ਜੇ ਸਹਿਮਨ ਹੀ ਕਿਸੇ ਦੇ ਸਿਰ ਨੂੰ ਹੱਥ ਲੱਗ ਜਾਵੇ ਤਾਂ ਝੱਟ ਮੁਆਫੀ ਮੰਗਣੀ ਚਾਹੀਦੀ ਹੈ, ਕਿਉਂਕਿ ਇਹ ਲੋਕ ਸਿਰ ਨੂੰ ਸਾਰੇ ਸਰੀਰ ਦੇ ਦੂਜੇ ਹਿੱਸਿਆਂ ਨਾਲੋਂ ਪਵਿੱਤਰ ਮੰਨਦੇ ਹਨ, ਬਲਕਿ ਸਿਰ ਨੂੰ ਤਾਂ ਬਹੁਤ ਹੀ ਪਵਿੱਤਰ ਮੰਨਦੇ ਹਨ। ਇਸੇ ਤਰ੍ਹਾਂ ਹੀ ਘਰ ਦੀ ਸਰਦਲ ਤੇ ਪੈਰ ਰੱਖਣਾ ਬੁਰਾ ਮੰਨਿਆ ਜਾਂਦਾ ਹੈ। ਜੁੱਤੀਆਂ ਘਰ ਦੇ ਬਾਹਰ ਹੀ ਲਾ ਦੇਣੀਆਂ ਚਾਹੀਦੀਆਂ ਹਨ ਤੇ ਨੰਗੇ ਪੈਰੀ ਹੀ ਅੰਦਰ ਜਾਣਾ ਚਾਹੀਦਾ ਹੈ। ਇਹਨਾਂ ਦੇ ਹੋਰ ਵੀ ਬਹੁਤ ਵਹਿਮ ਭਰਮ ਹਨ ਜੋ ਬ੍ਰਾਹਮਣ ਨੇ ਹੀ ਇਹਨਾਂ ਨੂੰ ਸਿਖਾਏ ਹਨ। ਮਹਾਤਮਾ ਬੁੱਧ ਦੀ ਸਿੱਖਿਆ ਬੜੀ ਸਿੱਧੀ ਸਾਦੀ ਤੇ ਸਰਲ ਸੀ ਤੇ ਹਰ ਇੱਕ ਦੇ ਸਮਝ ਆਉਣ ਵਾਲੀ ਸੀ। ਮਹਾਤਮਾ ਬੁੱਧ ਆਪਣੇ ਚੇਲਿਆਂ ਨੂੰ ਕਹਿੰਦੇ ਸਨ ਕਿ ਜਦੋਂ ਜ਼ਮੀਨ ਤੇ ਤੁਰੋ ਤਾਂ 4 ਫੁੱਟ ਤੋਂ ਅੱਗੇ ਨਾ ਵੇਖੋ। ਜੇ ਔਰਤ ਦਿਸ ਪਵੇ ਤਾਂ ਅੱਖਾਂ ਬੰਦ ਕਰ ਲਵੋ। ਜੇ ਵੇਖਣਾ ਵੀ ਪੈ ਜਾਵੇ ਤਾਂ ਹੱਥ ਨਾ ਲਾਇਓ, ਛੂਹਿਓ ਨਾ। ਜੇ ਛੂਹਣਾ ਪੈ ਜਾਵੇ ਤਾਂ ਬੋਲਿਓ ਨਾ। ਜੇ ਬੋਲਣਾ ਪੈ ਜਾਵੇ ਤਾਂ ਫਿਰ ਹੋਸ਼ ਨਾ ਗਵਾ ਦਿਓ।
ਬੁੱਧ ਨੇ ਇਹ ਵੀ ਕਿਹਾ ਕਿ ਮਿੱਟੀ ਨਹੀਂ ਛੂਹਣੀ ਚਾਹੀਦੀ, ਕਿਉਂਕਿ ਇਸ ਨਾਲ ਵੀ ਕਾਮ ਉਪਜਦਾ ਹੈ। ਇਹ ਸਾਰੀਆਂ ਮਨ ਦੀਆਂ ਗੱਲਾਂ ਹਨ, ਪਰ ਜਿਸ ਤਰ੍ਹਾਂ ਆਮ ਹੀ ਹੁੰਦਾ ਹੈ, ਲੋਕਾਂ ਨੇ ਬੁੱਧ ਦੀਆਂ ਗੱਲਾਂ ਦੇ ਉਲਟ ਮਤਲਬ ਕੱਢ ਲਏ, ਜਿਵੇਂ ਸਾਰੇ ਧਰਮ ਹੀ ਕੱਢ ਲੈਂਦੇ ਹਨ। ਮਿਸਾਲ ਦੇ ਤੌਰ ਤੇ ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਤੇ ਬਿਰਾਜਮਾਨ ਕਰਕੇ ਦੇਹਧਾਰੀ ਗੁਰੂਆਂ ਦੀ ਸਮਾਪਤੀ ਕਰ ਦਿੱਤੀ। ਗੁਰੂ ਗ੍ਰੰਥ ਸਾਹਿਬ ਨੂੰ ਜ਼ਾਹਰਾ ਜ਼ਹੂਰ ਪ੍ਰਗਟ ਗੁਰਾਂ ਦੀ ਦੇਹ ਦੇ ਤੌਰ ਤੇ ਮੰਨਣ ਦਾ ਹੁਕਮ ਦਿੱਤਾ, ਪਰ ਇਸ ਦਾ ਮਤਲਬ ਸਿੱਖਾਂ ਨੇ ਉਲਟ ਕੱਢ ਲਿਆ। ਦਾਤਣਾ ਰੱਖੀਆਂ, ਚਾਹ ਦਾ ਭੋਗ, ਰੋਟੀ ਦਾ ਭੋਗ, ਉੱਤੇ ਰਜਾਈਆਂ ਦੇਣੀਆਂ, ਗਰਮੀਆਂ ਨੂੰ ਕੂਲਰ ਲਾਉਣੇ, ਹੀਟਰ ਲਾਉਣੇ, ਸਿਰ ਤੇ ਚੁੱਕ ਕੇ ਸੈਰ ਕਰਾਉਣੀ ਤੇ ਇਸ ਤਰ੍ਹਾਂ ਦੇ ਹੋਰ ਸਾਰੇ ਟਸ਼ਨ ਲੋਕਾਂ ਨੇ ਗੁਰੂਆਂ ਦੀ ਇੱਛਾ ਦੇ ਉਲਟ ਆਪ ਹੀ ਬਣਾ ਲਏ ਹਨ। ਬਿਲਕੁਲ ਇਸੇ ਤਰ੍ਹਾਂ ਹੀ ਬੁੱਧ ਦੇ ਉਪਦੇਸ਼ਾਂ ਨਾਲ ਹੋਇਆ। ਕਹਿੰਦੇ ਹਨ ਕਿ ਇੱਕ ਵਾਰ ਕੁਝ ਭਿਕਸ਼ੂ ਜਾ ਰਹੇ ਸਨ। ਦਰਿਆ ਦੇ ਉਰਲੇ ਪਾਸੇ ਇੱਕ ਸੁੰਦਰ ਔਰਤ ਕੀਮਤੀ ਕੱਪੜੇ ਪਾ ਕੇ ਖੜੀ ਸੀ। ਉਸ ਔਰਤ ਨੇ ਭਿਕਸ਼ੂਆਂ ਨੂੰ ਬੇਨਤੀ ਕੀਤੀ ਕਿ ਮੈਨੂੰ ਕੁੱਛੜ ਚੁੱਕ ਕੇ ਦਰਿਆ ਪਾਰ ਕਰਵਾ ਦਿਓ ਤਾਂ ਕਿ ਮੈਂ ਕਿਤੇ ਭਿੱਜ ਨਾ ਜਾਵਾਂ। ਉਸ ਨੇ ਇੰਨੇ ਭੋਲੇਪਣ ਤੇ ਆਪਣਤ ਨਾਲ ਬੇਨਤੀ ਕੀਤੀ ਕਿ ਇੱਕ ਭਿਕਸ਼ੂ ਨੇ ਕੁੱਛੜ ਚੁੱਕ ਕੇ ਉਸ ਨੂੰ ਦਰਿਆ ਪਾਰ ਕਰਵਾ ਦਿੱਤਾ। ਗੱਲ ਖਤਮ ਹੋ ਗਈ। ਉਹ ਔਰਤ ਆਪਣੇ ਰਾਹ ਚਲੀ ਗਈ, ਭਿਕਸ਼ੂ ਆਪਣੇ ਰਾਹ ਪੈ ਗਏ। ਰਾਹ ਵਿੱਚ ਤੁਰੇ ਜਾਂਦਿਆਂ ਘੜੀ ਮੁੜੀ ਕੋਈ ਨਾ ਕੋਈ ਭਿਕਸ਼ੂ ਇਹੋ ਗੱਲ ਛੇੜ ਕੇ ਉਸ ਭਿਕਸ਼ੂ ਨੂੰ ਜਿਹਨੇ ਦਰਿਆ ਪਾਰ ਕਰਵਾਇਆ ਸੀ ਝਟਕਾ ਮਾਰਨ ਲੱਗ ਪੈਣ ਕਿ ਤੂੰ ਉਸ ਔਰਤ ਨੂੰ ਛੂਹਿਆ ਹੀ ਕਿਉਂ? ਉਹ ਭਾਵੇਂ ਜਿੱਦਾਂ ਮਰਜ਼ੀ ਦਰਿਆ ਪਾਰ ਕਰਦੀ, ਤੈਨੂੰ ਕੀ ਲੋੜ ਪਈ ਸੀ ਉਹਨੂੰ ਕੁੱਛੜ ਚੁੱਕਣ ਦੀ? ਠਰਕੀ ਨਾ ਹੋਵੇ ਕਿਦੋਂ ਦਾ। ਅਖੀਰ ਉਸ ਭਿਕਸ਼ੂ ਨੇ ਕਿਹਾ, ਸ਼ਰਮ ਕਰੋ ਠਰਕੀ ਮੈਂ ਹਾਂ ਕਿ ਤੁਸੀਂ ਮੈਂ ਤਾਂ ਥੋੜੇ ਚਿਰ ਲਈ ਉਸ ਨੂੰ ਕੁੱਛੜ ਚੁੱਕਿਆ ਤੇ ਫਿਰ ਉਤਾਰ ਦਿੱਤਾ, ਤੁਸੀਂ ਅਜੇ ਵੀ ਉਹਨੂੰ ਕੁੱਛੜ ਚੁੱਕੀ ਫਿਰਦੇ ਹੋ। ਬੁੱਧ ਨੇ ਬਹੁਤ ਸਮੇਂ ਤੱਕ ਔਰਤ ਨੂੰ ਦੀਕਸ਼ਾ ਨਹੀਂ ਦਿੱਤੀ, ਕਿਉਂਕਿ ਔਰਤ ਗੁਰੂ ਨਹੀਂ ਬਣ ਸਕਦੀ, ਪਰ ਚੇਲੀ ਬੜੀ ਛੇਤੀ ਬਣ ਜਾਂਦੀ ਹੈ। ਔਰਤ ਬਹੁਤਾ ਕਰਕੇ ਆਪਣੇ ਤੇ ਆਪਣੇ ਪਰਿਵਾਰ ਰਿਸ਼ਤੇਦਾਰਾਂ ਤੱਕ ਹੀ ਸੀਮਿਤ ਰਹਿੰਦੀ ਹੈ। ਔਰਤਾਂ ਹਮੇਸ਼ਾ ਅੰਤਰਮੁਖੀ ਹੁੰਦੀਆਂ ਹਨ, ਜਦੋਂ ਕਿ ਮਨੁੱਖ ਬਾਹਰਮੁਖੀ ਹੁੰਦੇ ਹਨ। ਦੂਸਰੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਔਰਤ ਨੂੰ ਗੁਰੂ ਬਣਨਾ ਉਨਾ ਹੀ ਔਖਾ ਹੁੰਦਾ ਹੈ ਜਿੰਨਾ ਬੰਦੇ ਨੂੰ ਮਾਂ ਬਣਨਾ। ਇਸਤਰੀ ਦਾ ਦਾਇਰਾ ਬਹੁਤ ਛੋਟਾ ਹੁੰਦਾ ਹੈ, ਬਸ ਆਪਣੇ ਘਰ ਤੋਂ ਗੁਆਂਢੀਆਂ ਦੇ ਘਰ ਤੱਕ, ਜਦੋਂ ਕਿ ਬੰਦੇ ਦੀ ਰੁਚੀ ਦੁਨੀਆ ਦੇ ਸਾਰੇ ਮੁਲਕਾਂ ਤੱਕ ਹੁੰਦੀ ਹੈ। ਕਹਿੰਦੇ ਹਨ ਕਿ ਇੱਕ ਵਾਰ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਇੱਕ ਸਮਾਗਮ ਵਿੱਚ ਗਈ। ਉੱਥੇ ਇੱਕ ਹੋਰ ਔਰਤ ਵੀ ਆਈ ਹੋਈ ਸੀ, ਜਿਸ ਨੇ ਆਪਣੇ ਹੱਥੀਂ ਸੋਨੇ ਦੀਆਂ ਚੂੜੀਆਂ ਤੇ ਹੋਰ ਗਹਿਣੇ ਪਾਏ ਹੋਏ ਸਨ। ਇੰਦਰਾ ਗਾਂਧੀ ਨੂੰ ਚੂੜੀਆਂ ਦਾ ਉਹ ਡਿਜ਼ਾਈਨ ਇੰਨਾ ਪਸੰਦ ਆਇਆ ਕਿ ਉਹ ਆਪ ਉਸ ਔਰਤ ਕੋਲ ਗਈ ਤੇ ਉਹਦਾ ਹੱਥ ਫੜ ਕੇ ਚੂੜੀਆਂ ਦਾ ਡਿਜ਼ਾਈਨ ਵੇਖਿਆ ਤੇ ਪ੍ਰਸ਼ੰਸਾ ਕੀਤੀ। ਉੱਥੇ ਮੌਜੂਦ ਰਾਜਨੀਤਿਕ ਲੀਡਰ ਤੇ ਵੱਡੇ ਵੱਡੇ ਅਫਸਰ ਇਹ ਵੇਖ ਕੇ ਹੈਰਾਨ ਹੋ ਗਏ। ਅਖਬਾਰਾਂ ਨੇ ਵੀ ਇਹ ਗੱਲ ਪਹਿਲੇ ਸਫ਼ੇ ਤੇ ਛਾਪੀ, ਜਿਸ ਤੋਂ ਇਹ ਪ੍ਰਭਾਵ ਮਿਲਦਾ ਸੀ ਕਿ ਭਾਵੇਂ ਕੋਈ ਔਰਤ ਜਿੰਨੇ ਮਰਜ਼ੀ ਉੱਚੇ ਅਹੁਦੇ ਤੇ ਹੋਵੇ, ਸਭ ਤੋਂ ਪਹਿਲਾਂ ਉਹ ਇੱਕ ਔਰਤ ਹੀ ਹੁੰਦੀ ਹੈ ਤੇ ਉਹਦੇ ਸੁਹਜ ਸੁਆਦ ਵੀ ਔਰਤਾਂ ਵਾਲੇ ਹੀ ਹੁੰਦੇ ਹਨ। ਬੁੱਧ ਧਰਮ ਸਿੱਖ ਧਰਮ ਨਾਲ ਕਾਫੀ ਮਿਲਦਾ ਜੁਲਦਾ ਹੈ। ਜੋ ਕੁਝ ਸਿੱਖ ਗੁਰੂਆਂ ਨਾਲ ਵਾਪਰਿਆ ਉਹ ਕੁਝ ਹੀ ਬੁੱਧ ਧਰਮ ਅਤੇ ਜੈਨ ਧਰਮ ਨਾਲ ਵੀ ਵਾਪਰਿਆ। ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੂੰ ਉਹਨਾਂ ਦੇ ਸਕੇ ਭਰਾ ਪ੍ਰਿਥਵੀ ਚੰਦ ਨੇ ਇੱਕ ਹਿੰਦੂ ਚੰਦੂ ਸਵਾਈਏ ਨਾਲ ਗੰਢ ਤੁਪ ਕਰਕੇ ਤਤੀਆਂ ਲੋਹਾਂ ਦੇ ਬਿਠਾ ਕੇ ਤੇ ਤਸੀਹੇ ਦੇ ਕੇ ਸ਼ਹੀਦ ਕਰਵਾਇਆ ਸੀ। ਇਸੇ ਤਰ੍ਹਾਂ ਹੀ ਮਹਾਤਮਾ ਬੁੱਧ ਦੇ ਚਚੇਰੇ ਭਰਾ ਦੇਵਦੱਤ ਨੇ ਉਸ ਵੇਲੇ ਦੇ ਹਿੰਦੂ ਤੇ ਬ੍ਰਾਹਮਣ ਕੱਟੜਵਾਦੀਆਂ ਨਾਲ ਮਿਲੀ ਭੁਗਤ ਕਰਕੇ ਉਹਨਾਂ ਨੂੰ ਮਰਵਾਉਣ ਦੀਆਂ ਕਈ ਅਸਫਲ ਕੋਸ਼ਿਸ਼ਾਂ ਕੀਤੀਆਂ ਸਨ। ਬੁੱਧ ਤੇ ਪਾਗਲ ਹਾਥੀ ਛੱਡਿਆ ਤੇ ਧਿਆਨ ਕਰਦੇ ਤੇ ਪੱਥਰ ਰੇੜ ਦਿੱਤੇ, ਜਿਵੇਂ ਗੁਰੂ ਨਾਨਕ ਤੇ ਵਲੀ ਕੰਧਾਰੀ ਨੇ ਪਹਾੜੀ ਤੋਂ ਰੇੜੇ ਸਨ। ਉਂਝ ਤਾਂ ਬੁੱਧ 82 ਸਾਲ ਦੀ ਉਮਰ ਵਿੱਚ ਜ਼ਹਿਰੀਲੇ ਕਰੇਲਿਆਂ ਦੀ ਸਬਜ਼ੀ ਖਾ ਕੇ ਮਰੇ ਸਨ, ਪਰ ਕਈ ਕਹਿੰਦੇ ਹਨ ਕਿ ਇਸ ਵਿੱਚ ਵੀ ਦੇਵਦੱਤ ਦਾ ਹੱਥ ਸੀ, ਨਹੀਂ ਤਾਂ ਉਹ ਕਰੇਲਿਆਂ ਦੀ ਸਬਜ਼ੀ ਤਾਂ ਹੋਰ ਵੀ ਕਈਆਂ ਨੇ ਖਾਧੀ ਸੀ, ਫਿਰ ਉਹ ਕਿਉਂ ਨਾ ਮਰੇ। ਚਲੋ ਜੋ ਵੀ ਹੋਵੇ, ਬੁੱਧ ਦਾ ਕਾਫੀ ਕੁਝ ਸਿੱਖ ਗੁਰੂਆਂ ਵਰਗਾ ਹੀ ਸੀ। ਜਿਵੇਂ ਸਿੱਖਾਂ ਦੇ ਕਈ ਫਿਰਕੇ ਬਣ ਗਏ ਹਨ, ਇਸੇ ਤਰ੍ਹਾਂ ਹੀ ਬੁੱਧ ਧਰਮ ਦੇ ਵੀ 35 ਸੱਟੇ ਹੀ
ਹੀਨਯਾਨ ਤੇ ਮਹਾਯਾਨ ਦੋ ਵੱਡੇ ਫਿਰਕੇ ਬਣ ਗਏ। ਹੀਨਯਾਨ ਇੱਕ ਬੰਦੇ ਦੇ ਚਲਾਉਣ ਵਾਲੀ ਬੇੜੀ ਨੂੰ ਕਹਿੰਦੇ ਹਨ ਤੇ ਇਸ ਮੱਤ ਨਾਲ ਸੰਬੰਧਿਤ ਭਿਕਸ਼ੂਆਂ ਦਾ ਵਿਚਾਰ ਹੈ ਕਿ ਬੰਦੇ ਨੂੰ ਇਕੱਲੇ ਹੀ ਮੋਕਸ਼ ਪਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਰ ਮਹਾਯਾਨ ਮਹਾਯਾਨ ਅਰਥਾਤ ਵੱਡੇ ਬੇੜੇ ਵਾਲਿਆਂ ਦਾ ਵਿਚਾਰ ਹੈ ਕਿ ਵੱਡੀ ਬੇੜੀ ਦੇ ਪੂਰ ਵਾਂਗ ਸਾਰਿਆਂ ਨੂੰ ਹੀ ਨਾਲ ਲੈ ਕੇ ਮੋਕਸ਼ ਪ੍ਰਾਪਤ ਕਰਨਾ ਚਾਹੀਦਾ ਹੈ। ਸਿੱਖ ਧਰਮ ਵੀ ਇਹੀ ਕਹਿੰਦਾ ਹੈ, ਆਪ ਤਰੈ ਸਗਲੇ ਕੁਲ ਤਾਰੈ। ਬੁੱਧ 42 ਸਾਲ ਲੋਕਾਂ ਨੂੰ ਉਪਦੇਸ਼ ਦਿੰਦੇ ਰਹੇ। ਗੁਰੂ ਨਾਨਕ ਜੀ ਵਾਂਗ ਉਹ ਵੀ ਦੇਸ਼ਾਂ ਦੇਸ਼ਾਂਤਰਾਂ ਵਿੱਚ ਗਏ। ਜਿੰਨਾ ਚਿਰ ਬੁੱਧ ਜਿਉਂਦੇ ਰਹੇ ਉਹਨਾਂ ਦੇ ਉਪਦੇਸ਼ਾਂ ਨੂੰ ਕਿਸੇ ਨੇ ਲਿਖਤੀ ਰੂਪ ਨਾ ਦਿੱਤਾ, ਪਰ ਉਹਨਾਂ ਦੇ ਮਰਨ ਤੋਂ ਬਾਅਦ ਬੁੱਧ ਧਰਮ ਤੋਂ ਕਈ ਟੁਕੜਿਆਂ ਵਿੱਚ ਵੰਡਿਆ ਗਿਆ। ਸਿੱਖ ਧਰਮ ਦੇ ਉਲਟ ਬੁੱਧ ਧਰਮ ਤੇ ਜੈਨ ਧਰਮ ਵਿੱਚ ਇਸਤਰੀ ਦਾ ਕੋਈ ਸਥਾਨ ਨਹੀਂ ਸੀ। ਬੁੱਧ ਦੀ ਮਤਰੇਈ ਮਾਂ ਤੇ ਚਾਚੀ ਨੇ ਬੁੱਧ ਦੀ ਬਹੁਤ ਵਧੀਆ ਪਾਲਣਾ ਕੀਤੀ। ਜਦੋਂ ਉਹ ਦੀਕਸ਼ਾ ਲੈਣ ਆਈ ਤਾਂ ਮਹਾਤਮਾ ਬੁੱਧ ਉਸਦੇ ਅਹਿਸਾਨਾਂ ਕਰਕੇ ਇਨਕਾਰ ਨਾ ਕਰ ਸਕੇ। ਦੀਕਸ਼ਾ ਤਾਂ ਦੇ ਦਿੱਤੀ ਤੇ ਇਹ ਦੀਕਸ਼ਾ ਦੇਣ ਨਾਲ ਹੋਰ ਔਰਤਾਂ ਦਾ ਵੀ ਰਾਹ ਖੁੱਲ੍ਹ ਗਿਆ। ਪਰ ਬੁੱਧ ਨੇ ਉਦੋਂ ਹੀ ਕਹਿ ਦਿੱਤਾ ਸੀ ਕਿ ਮੇਰਾ ਧਰਮ ਜਿਹੜਾ 5000 ਸਾਲ ਚੱਲਣਾ ਸੀ, ਹੁਣ ਮਸਾਂ 500 ਸਾਲ ਹੀ ਚੱਲ ਸਕੇਗਾ। ਇਹੋ ਜਿਹੇ ਹੀ ਵਿਚਾਰ ਜੈਨ ਧਰਮ ਦੇ ਵੀ ਹਨ। ਮੁਸਲਮਾਨਾਂ ਵਿੱਚ ਵੀ ਔਰਤ ਦਾ ਅਧਿਕਾਰ ਘੱਟ ਹੀ ਹੈ। ਇੱਥੋਂ ਤੱਕ ਕਿ ਜੇ ਔਰਤ ਦੀ ਗਵਾਹੀ ਅਦਾਲਤ ਵਿੱਚ ਹੋਵੇ ਤਾਂ ਜੇ ਦੋ ਔਰਤਾਂ ਇੱਕੋ ਹੀ ਗੱਲ ਕਹਿਣ ਤਾਂ ਇਹ ਗਵਾਹੀ ਮੰਨੀ ਜਾਂਦੀ ਹੈ। 3 ਵਾਰ ਤਲਾਕ ਕਹਿਣ ਮਾਤਰ ਤੇ ਹੀ ਤਲਾਕ ਹੋ ਜਾਂਦਾ ਹੈ। ਇਹ ਵੀ ਕੋਈ ਜ਼ਰੂਰੀ ਨਹੀਂ ਕਿ ਇੱਕੋ ਸਮੇਂ ਤੇ ਹੀ 3 ਵਾਰ ਤਲਾਕ ਕਹਿਣਾ ਹੈ। ਮੰਨ ਲਓ ਕਿ ਕਿਸੇ ਨੇ ਗੁੱਸੇ ਵਿੱਚ ਆ ਕੇ 1 ਵਾਰ ਤਲਾਕ ਕਹਿ ਦਿੱਤਾ, ਫਿਰ ਉਸਨੇ ਆਪਣੇ ਗੁੱਸੇ ਉੱਤੇ ਕਾਬੂ ਪਾ ਲਿਆ। 2-3 ਸਾਲ ਬਾਅਦ ਉਸਨੂੰ ਫਿਰ ਗੁੱਸਾ ਆਇਆ ਤੇ ਉਸਨੇ ਫਿਰ ਤਲਾਕ ਆਖ ਦਿੱਤਾ ਤਾਂ ਸਮਝੋ 2 ਵਾਰ ਤਲਾਕ ਹੋ ਗਿਆ। 1 ਸਾਲ ਬਾਅਦ ਜੇ ਉਹ ਖਤ ਪਾ ਦੇਵੇ ਜਿਸ ਵਿੱਚ ਲਿਖਿਆ ਹੋਵੇ ਕਿ ਮੈਂ ਤੈਨੂੰ ਤਲਾਕ ਦਿੰਦਾ ਹਾਂ ਤਾਂ ਸਮਝੋ 3 ਵਾਰ ਤਲਾਕ ਹੋ ਗਿਆ। ਬਸ ਪਹਿਲਾ ਵਿਆਹ ਧੜਕ ਕਰਕੇ ਟੁੱਟ ਗਿਆ। ਹੱਕ ਮਹਿਰ ਜੇ ਤੈਅ ਨਾ ਕੀਤਾ ਹੋਵੇ ਤਾਂ ਲਿਖਤ ਵਿੱਚ ਨਾ ਲਿਆਂਦਾ ਹੋਵੇ ਤਾਂ ਸਵਾ ਰੁਪਈਏ ਦਾ ਹੀ ਤੈਅ ਹੈ। ਅਰਥਾਤ ਜਦੋਂ ਕੋਈ ਮੁਸਲਮਾਨ ਆਪਣੀ ਪਤਨੀ ਨੂੰ ਤਲਾਕ ਦੇਵੇ ਤਾਂ ਉਹ ਹੱਕ ਮਹਿਰ ਲੈਣ ਦਾ ਕਾਨੂੰਨੀ ਅਧਿਕਾਰ ਰੱਖਦੀ ਹੈ। ਹਜ਼ਰਤ ਮੁਹੰਮਦ ਸਾਹਿਬ ਜੀ ਵੇਲੇ ਤਾਂ ਇਹ ਬਹੁਤ ਘੱਟ ਸੀ, ਮਸਾਂ 1 ਜਾਂ ਸਵਾ ਰੁਪਏ ਦੇ ਬਰਾਬਰ। ਇਸੇ ਲਈ ਹੀ ਤਲਾਕ ਨੂੰ ਰੋਕਣ ਲਈ ਹੱਕ ਮਹਿਰ ਅੱਜ ਕੱਲ੍ਹ 5-5 ਲੱਖ ਤੇ 10-10 ਲੱਖ ਰੁਪਏ ਤੱਕ ਦਾ ਲਿਖਵਾਇਆ ਜਾਂਦਾ ਹੈ। ਪਰ ਮੁਕਲਾਵੇ ਵਾਲੇ ਦਿਨ ਜੇ ਦੁਲਹਾ ਦੁਲਹਨ ਅੱਗੇ ਸ਼ਰਤ ਰੱਖੇ ਕਿ ਮੈਂ ਅੰਦਰ ਪੈਰ ਤਦ ਰੱਖਣਾ ਹੈ ਜੇ ਹੱਕ ਮਹਿਰ ਘੱਟ ਕਰੇਗੀ ਤਾਂ ਨਹੀਂ ਤੇ ਮੈਂ ਚੱਲਿਆ, ਤਾਂ ਫਿਰ ਅਜੀਬ ਮੁਸੀਬਤ ਆ ਖੜੀ ਹੁੰਦੀ ਹੈ। ਆਮ ਤੌਰ ਤੇ ਇਹ ਮੁਆਫ ਕਰਨਾ ਹੀ ਪੈਂਦਾ ਹੈ, ਨਹੀਂ ਤਾਂ ਵਿਆਹ ਹੋਇਆ ਵੀ ਕੋਈ ਮਾਨੇ ਨਹੀਂ ਰੱਖਦਾ। ਹਾਂ, ਮੁਹੰਮਦ ਸਾਹਿਬ ਨੇ ਔਰਤ ਦੇ ਹੱਕ ਵਿੱਚ ਇਹ ਗੱਲ ਰੱਖੀ ਹੈ ਕਿ ਜੇ ਕੋਈ ਮੁਸਲਮਾਨ ਆਪਣੀ ਬੇਕਸੂਰ ਤੇ ਭੋਲੀ ਭਾਲੀ ਪਤਨੀ ਨੂੰ ਤਲਾਕ ਦੇ ਦੇਵੇ ਤੇ ਬਾਅਦ ਵਿੱਚ ਉਸ ਨੂੰ ਪਛਤਾਵਾ ਹੋਵੇ ਤਾਂ ਤਲਾਕਸ਼ੁਦਾ ਔਰਤ ਨੂੰ ਉਹ ਮੁੜ ਕੇ ਆਪਣੇ ਘਰ ਨਹੀਂ ਲਿਆ ਸਕਦਾ, ਜਿੰਨਾ ਚਿਰ ਹਲਾਲਾ ਨਾ ਕਰ ਲਵੇ। ਹਲਾਲਾ ਕਰਨ ਵਾਸਤੇ ਉਸ ਕੁੜੀ ਦਾ ਵਿਆਹ ਪਹਿਲਾਂ ਇੱਕ ਹੋਰ ਬੰਦੇ ਨਾਲ ਹੋਵੇਗਾ। ਫਿਰ ਉਹ ਕੁੜੀ ਉਸ ਬੰਦੇ ਨਾਲ ਪਤੀ ਪਤਨੀ ਦੇ ਤੌਰ ਤੇ ਰਾਤ ਗੁਜ਼ਾਰੇਗੀ। ਫਿਰ ਉਹ ਬੰਦਾ ਉਸ ਨੂੰ ਤਲਾਕ ਦੇਵੇਗਾ ਤੇ ਫਿਰ ਉਹ ਪਹਿਲਾ ਬੰਦਾ ਉਸ ਨਾਲ ਦੁਬਾਰਾ ਨਿਕਾਹ ਕਰ ਸਕਦਾ ਹੈ। ਇਹ ਤਰੀਕਾ ਮੁਹੰਮਦ ਸਾਹਿਬ ਨੇ ਇਸ ਕਰਕੇ ਰੱਖਿਆ ਹੈ ਕਿ ਐਵੇਂ ਹੀ ਕੋਈ ਲਾਹਣ ਦੇ 2 ਘੁੱਟ ਪੀ ਕੇ ਪਤੀ ਜਾਂ ਪਤਨੀ ਨੂੰ ਤਲਾਕ ਨਾ ਦੇ ਦੇਵੇ। ਮਹਾਤਮਾ ਬੁੱਧ ਨੇ ਜੈਨੀਆਂ ਦੇ ਗੁਰੂ ਮਹਾਵੀਰ ਦੋਵੇਂ ਸਮਕਾਲੀ ਸਨ। ਦੋਵੇਂ ਹੀ ਬਿਹਾਰ ਦੇ ਰਹਿਣ ਵਾਲੇ ਸਨ। ਦੋਵੇਂ ਹੀ ਅੱਜ ਤੋਂ 2500 ਸਾਲ ਪਹਿਲਾਂ ਹੋਏ। ਉਹ ਇੰਨਾ ਇਕੱਠੇ ਵਿਚਰੇ ਕਿ ਇੱਕ ਵਾਰ ਦੋਵੇਂ ਹੀ ਇੱਕੋ ਹੀ ਸਰਾਂ ਵਿੱਚ ਠਹਿਰੇ, ਪਰ ਫਿਰ ਵੀ ਦੋਵੇਂ ਇੱਕ ਦੂਜੇ ਨੂੰ ਨਹੀਂ ਮਿਲੇ। ਬੋਧੀ ਕਹਿੰਦੇ ਹਨ ਜੈਨੀ ਘਮੰਡੀ ਹਨ ਤੇ ਜੈਨੀ ਕਹਿੰਦੇ ਹਨ ਬੋਧੀ ਘਮੰਡੀ ਹਨ।
ਦੋਵਾਂ ਦੀ ਉਮਰ ਵੀ ਲਗਭਗ ਇੱਕੋ ਜਿੰਨੀ ਹੀ ਸੀ। ਬੁੱਧ 82 ਸਾਲ ਦੀ ਉਮਰ ਵਿੱਚ ਮਰੇ ਅਤੇ ਮਹਾਵੀਰ ਲਗਭਗ 80 ਸਾਲ ਦੀ ਉਮਰ ਵਿੱਚ ਮਰੇ। ਦੋਵੇਂ ਹੀ ਇੱਕ ਦੂਜੇ ਦੀਆਂ ਬਦਖੋਈਆਂ ਕਰਦੇ ਰਹਿੰਦੇ ਸਨ। ਸੋ ਇਸ ਭਾਗ ਲਈ ਇਹਨਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।